ਬਿਆਸ ਵਿੱਚ ਚਿੱਠੀ ਲਿਖੀ ਹੈ ਬਾਬਾ ਗੁਰਿੰਦਰ ਸਿੰਘ ਨੂੰ, ਜੋ ਕਿ ਮੁਖੀ ਨੇ। ਕਿਉਂ ਜ਼ਰੂਰਤ ਪੈ ਗਈ ਤੁਸੀਂ ਚਿੱਠੀ ਲਿਖਦੇ ਹੋ? ਤੇ ਗੁਰਜਿੰਦਰ ਬਾਬਾ ਜੀ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ, ਜਿਹੜਾ ਡੇਰਾ ਇਹਨਾਂ ਦਾ ਅੰਮ੍ਰਿਤਸਰ ਦੇ ਕੋਲੇ ਮੌਜੂਦ ਹੈ, ਦੇਸ਼ਾਂ ਵਿਦੇਸ਼ਾਂ 'ਚ ਇਹਨਾਂ ਦੀ ਬਹੁਤ ਸਾਰੀ ਸੰਗਤ ਹੈ, ਇਹਨਾਂ ਵੱਲੋਂ ਕੋਈ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਗਿਆ। ਤੇ ਇਹਨਾਂ ਦਾ ਚੁੱਪ ਬੈਠਣਾ ਜਿਹੜਾ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਕਿ ਇਹਨਾਂ ਕੋਲ ਸਾਡੇ ਇਸ ਅੰਦੋਲਨ ਦੀਆਂ ਸ਼ਹਾਦਤਾਂ ਬਾਰੇ, ਇਸ ਅੰਦੋਲਨ ਦੇ ਵਿੱਚ ਜੋ ਸਾਨੂੰ ਮੁਸ਼ਕਲਾਂ ਆ ਰਹੀਆਂ ਨੇ, ਜੋ ਸਾਡੇ ਨੁਕਸਾਨ ਹੋ ਰਹੇ ਨੇ, ਕੀ ਇਹਨਾਂ ਦੇ ਕੋਲੇ ਇਸ ਅੰਦੋਲਨ ਬਾਰੇ ਜਾਣਕਾਰੀ ਨਹੀਂ ਪਹੁੰਚ ਰਹੀ। ਪਰ ਇਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਇਹ ਸੰਗਤ ਦਾ ਸਾਥ ਦੇਣ, ਕਿਉਂਕਿ ਇਹ ਜਿਹੜੀ ਸੰਗਤ ਹੈ ਉਹ ਇਹਨਾਂ ਦੇ ਗੁਰਦੁਆਰਿਆਂ ਵਿੱਚ ਸੇਵਾ ਕਰਦੀ ਹੈ, ਉੱਥੇ ਜਾ ਕੇ ਪੁੰਨਦਾਨ ਕਰਦੀ ਹੈ, ਤੇ ਉਹ ਸੰਗਤ ਅੱਜ ਬਿਪਤਾ ਵਿੱਚ ਹੈ, ਅੱਜ ਪਰੇਸ਼ਾਨੀ ਵਿੱਚ ਹੈ ਕਿ ਉਹਨਾਂ ਦੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਅੱਜ ਖਤਰੇ ਵਿੱਚ ਹੈ। ਸਰਕਾਰਾਂ ਸਾਡੇ ਨਾਲ ਅਨਿਆਂ ਕਰ ਰਹੀਆਂ ਨੇ, ਸਾਡੇ ਨਾਲ ਧੱਕਾ ਕਰ ਰਹੀਆਂ ਨੇ, ਪਰ ਜਿਹੜੇ ਅੱਜ ਧਾਰਮਿਕ ਲੋਕ ਚੁੱਪ ਬੈਠੇ ਨੇ, ਜਿਹੜੇ ਸੈਲੀਬ੍ਰਿਟੀ ਚੁੱਪ ਬੈਠੇ ਨੇ, ਤੁਸੀਂ ਉਹਨਾਂ ਤੋਂ ਜਵਾਬ ਮੰਗੋ ਕਿ ਉਹ ਕਿਉਂ ਨਹੀਂ ਬੋਲ ਰਹੇ, ਕਿ ਉਹ ਇਨਸਾਨੀਅਤ ਨੂੰ ਪਿਆਰ ਨਹੀਂ ਕਰਦੇ, ਕਿ ਡੇਰਾ ਬਿਆਸ ਦੇ ਫੋਲੋਵਰਸ ਖੇਤੀ ਨਾਲ ਨਹੀਂ ਜੁੜੇ ਹੋਏ। ਇਹ ਸਾਨੂੰ ਸਭ ਨੂੰ ਸੋਚਣਾ ਚਾਹੀਦਾ ਤੇ ਉਹਨਾਂ ਨੂੰ, ਗੁਰੂਆਂ ਨੂੰ ਜਾਂ ਜਿਹੜੇ ਵੀ ਕੋਈ ਡੇਰਿਆਂ ਦੇ ਮੁਖੀ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ। ਸਾਡੇ ਬਹੁਤ ਸਾਰੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ, ਬਟ ਜਿਹੜੇ ਸਾਡੇ ਨਾਲ ਨਹੀਂ, ਅਸੀਂ ਉਹਨਾਂ ਅੱਗੇ ਸਵਾਲ ਵੀ ਖੜਾ ਹੀ ਕਰਨੇ ਆ ਕਿ ਤੁਸੀਂ ਸਾਡੇ ਨਾਲ ਕਿਉਂ ਨਹੀਂ ਹੋ, ਕੀ ਅਸੀਂ ਗਲਤ ਹੈ? ਅਸੀਂ ਸਰਕਾਰਾਂ ਤੋਂ ਕੀ ਆਪਦੇ ਜਿਹੜੇ ਹੱਕ ਮੰਗ ਰਹੇ ਹਾਂ, ਇਹ ਕੋਈ ਅਸੀਂ ਗਲਤ ਹੱਕ ਮੰਗ ਰਹੇ ਹਾਂ? ਇਹ ਜ਼ਰੂਰ ਤੁਸੀਂ ਸਵਾਲ ਕਰੋ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਿਸਾਨਾਂ ਨੂੰ ਲਗਭਗ 3 ਮਹੀਨੇ ਪੰਜਾਬ ਤੇ 3 ਮਹੀਨੇ ਦਿੱਲੀ ਹੋ ਗਏ ਨੇ 3 ਬਿੱਲ ਰੱਦ ਕਰਵਾਉਣ ਵਾਸਤੇ ਸੰਘਰਸ਼ ਕਰ ਰਹੇ ਨੇ। ਅੱਜ ਆਪਾਂ ਗੱਲਬਾਤ ਕਰਾਂਗੇ ਬਾਬਾ ਗੁਰਿੰਦਰ ਸਿੰਘ ਦੀ, ਜੋ ਕਿ ਡੇਰਾ ਬਿਆਸ ਦੇ ਮੁਖੀ ਨੇ। ਉਹਨਾਂ ਨੂੰ ਚਿੱਠੀ ਲਿਖੀ ਗਈ ਹੈ, ਉਹਨਾਂ ਨੇ ਇੱਕ ਪੱਤਰ ਲਿਖਿਆ ਗਿਆ। ਕੀ ਚੀਜ਼ਾਂ ਪੱਤਰ ਵਿੱਚ ਲਿਖੀਆਂ ਨੇ ਆਪਾਂ ਉਹਦੇ ਬਾਰੇ ਵੀ ਚਰਚਾ ਕਰਾਂਗੇ, ਔਰ ਕਿਉਂ ਲੋੜ ਪੈ ਗਈ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਵਿੱਚ ਚਿੱਠੀ ਹੈ, ਇਹ ਗੁਰਿੰਦਰ ਸਿੰਘ ਜੀ ਨੂੰ ਲਿਖੀ ਗਈ ਹੈ, ਜੋ ਕਿ ਡੇਰਾ ਬਿਆਸ ਦੇ ਮੁਖੀ ਨੇ। ਚਰਚਾ ਕਿਸਾਨਾਂ ਤੇ ਕੀਤੀ ਗਈ ਹੈ, ਕਿਸਾਨਾਂ ਨੂੰ ਲੈ ਕੇ ਇਹ ਪੱਤਰ ਲਿਖਿਆ ਗਿਆ। ਕਿਉਂ ਲਿਖਿਆ ਗਿਆ, ਕਿਹੜੀ ਗੱਲਾਂ ਨੇ, ਆਪਾਂ ਇਸ 'ਤੇ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ ਉਹ ਸ਼ਖਸ ਨੇ ਜੋ ਕਿ ਪ੍ਰਚਾਰ ਕਰਨ ਗਏ ਸੀ, ਜੋ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਸ਼ਿਮਲਾ ਗਏ ਸੀ, ਅਤੇ ਸ਼ਿਮਲਾ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਕਿਉਂ ਪ੍ਰਚਾਰ ਕਰ ਰਹੇ ਨੇ। ਆਪਾਂ ਹਰਪ੍ਰੀਤ ਕੋਲ ਜਾਣਾਂਗੇ ਕਿ ਕਿਉਂ ਜ਼ਰੂਰਤ ਪੈ ਗਈ ਡੇਰਾ ਬਿਆਸ ਵਿੱਚ ਚਿੱਠੀ ਲਿਖਣ ਦੇ। ਹਰਪ੍ਰੀਤ ਸਰ ਨਾਲ ਹੈ। ਹੈਪੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸ਼ਿਮਲੇ ਵੀ ਜਾਂਦੇ ਹੋ, ਸ਼ਿਮਲੇ ਜਾ ਕੇ ਕਿਸਾਨਾਂ ਦੇ ਹੱਕ ਵਿੱਚ ਇਹ ਲਗਾਤਾਰ ਆਵਾਜ਼ ਦੇ ਰਹੇ ਸੀ ਕਿ 3 ਬਿੱਲ ਰੱਦ ਹੋਣੇ ਚਾਹੀਦੇ ਨੇ, ਸਮਝਾ ਵੀ ਰਹੇ ਸੀ ਲੋਕਾਂ ਨੂੰ ਜਾ ਕੇ ਸ਼ਿਮਲੇ ਕਿ ਕਿਸਾਨ ਜੋ ਨੇ ਉਹ ਆਤੰਕਵਾਦੀ ਨਹੀਂ ਹੈਗੇ। ਤੁਸੀਂ ਅੱਜ ਚਿੱਠੀ ਲਿਖੀ ਹੈ, ਬਿਆਸ ਵਿੱਚ ਚਿੱਠੀ ਲਿਖੀ ਹੈ ਬਾਬਾ ਗੁਰਿੰਦਰ ਸਿੰਘ ਨੂੰ, ਜੋ ਕਿ ਮੁਖੀ ਨੇ। ਕਿਉਂ ਲੋੜ ਪੈ ਗਈ, ਕਿਸਾਨਾਂ ਦਾ ਵੀ ਜ਼ਿਕਰ ਕਰ ਰਹੇ ਹੋ। ਸਭ ਤੋਂ ਪਹਿਲਾ ਸਵਾਲ ਹੈ ਕਿ ਕਿਉਂ ਜ਼ਰੂਰਤ ਪੈ ਗਈ ਤੁਸੀਂ ਚਿੱਠੀ ਲਿਖਦੇ ਹੋ? ਦੇਖੋ ਜੀ, ਇਸ ਅੰਦੋਲਨ ਨੂੰ ਸਾਰੀ ਦੁਨੀਆ ਦਾ ਸਾਥ ਮਿਲ ਰਿਹਾ ਹੈ। ਇਹ ਜਿਹੜਾ ਅੰਦੋਲਨ ਹੈ ਸ਼ਾਂਤਮਈ ਤੇ ਜਨ ਅੰਦੋਲਨ ਹੈ, ਤੇ ਇਹਦੇ ਵਿੱਚ ਧਾਰਮਿਕ ਲੋਕਾਂ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਅੰਦੋਲਨ ਦਾ ਸਾਥ ਦੇਣ। ਤੇ ਜਿਹੜੇ ਲੋਕ ਇਸ ਅੰਦੋਲਨ ਦਾ ਸਾਥ ਦੇ ਰਹੇ ਨੇ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਜਥੇਬੰਦੀਆਂ, ਉਹ ਗੁਰਦੁਆਰਾ ਸਾਹਿਬ ਦੇ ਸੇਵਾਦਾਰ, ਹੋਰ ਅਲੱਗ-ਅਲੱਗ ਸਿੱਖ ਧਰਮ ਦੇ ਜਿੰਨੇ ਵੀ ਲੋਕ ਆ ਉੱਥੇ ਪਹੁੰਚੇ ਹੋਏ ਆ, ਕੋਈ ਸੇਵਾ ਕਿਸੇ ਪ੍ਰਕਾਰ ਦੀ ਕਰ ਰਿਹਾ, ਕੋਈ ਪ੍ਰਚਾਰ ਦੀ ਤੇ ਕੋਈ ਲੰਗਰ ਦੀ। ਉਦੋਂ ਬਾਅਦ ਹਿੰਦੂ ਧਰਮ ਦੇ ਵੀ ਬਹੁਤ ਸਾਰੇ ਲੋਕ ਉੱਥੇ ਪਹੁੰਚੇ, ਜਿਹੜੇ ਧਾਰਮਿਕ ਲੋਕ, ਤੇ ਸਿੱਖ ਜਗਤ ਦੇ ਵੀ, ਮੁਸਲਿਮ ਜਗਤ ਦੇ ਵੀ ਬਹੁਤ ਉੱਥੇ ਪਹੁੰਚੇ ਹੈ। ਤੇ ਗੁਰਜਿੰਦਰ ਬਾਬਾ ਜੀ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ, ਜਿਹੜਾ ਡੇਰਾ ਇਹਨਾਂ ਦਾ ਅੰਮ੍ਰਿਤਸਰ ਦੇ ਕੋਲੇ ਮੌਜੂਦ ਹੈ, ਦੇਸ਼ਾਂ ਵਿਦੇਸ਼ਾਂ 'ਚ ਇਹਨਾਂ ਦੀ ਬਹੁਤ ਸਾਰੀ ਸੰਗਤ ਹੈ, ਇਹਨਾਂ ਵੱਲੋਂ ਕੋਈ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਗਿਆ। ਕਿਉਂਕਿ ਸਾਡੇ ਗੁਰੂਆਂ ਨੇ, ਸਾਡੇ ਗੁਰੂ ਨਾਨਕ ਦੇਵ ਜੀ ਨੇ, ਪਹਿਲੀ ਪਾਤਸ਼ਾਹੀ ਨੇ ਬਾਬਰ ਦੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ, ਜਿਹੜੀ ਕਿ ਸੰਗਤ ਨਾਲ ਉਸ ਸਮੇਂ ਉਹ ਨਿਆਂ ਕਰ ਰਹੇ ਸੀ, ਤੇ ਉਹਨਾਂ ਨੇ ਉਹਦੇ ਵਿਰੁੱਧ ਆਵਾਜ਼ ਚੁੱਕੀ ਤੇ ਉਹਨਾਂ ਨੂੰ ਜੇਲ੍ਹ ਤੱਕ ਜਾਣਾ ਪਿਆ। 5ਵੀਂ ਪਾਤਸ਼ਾਹੀ, 9ਵੀਂ ਪਾਤਸ਼ਾਹੀ, 10ਵੀਂ ਪਾਤਸ਼ਾਹੀ, ਤੇ ਉਦੋਂ ਬਾਅਦ ਵੀ ਸਾਡੇ ਸਿੱਖ ਗੁਰੂ ਜਿਹੜੇ ਸਰਕਾਰਾਂ ਤੇ ਉਸ ਸਮੇਂ ਦੇ ਰਾਜਿਆਂ ਦੇ ਖਿਲਾਫ ਲੜਦੇ ਰਹੇ, ਅਨਿਆਂ ਦੇ ਖਿਲਾਫ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਸਰਬੰਸ ਵਾਰਿਆ। ਪਰ ਇਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਇਹ ਸੰਗਤ ਦਾ ਸਾਥ ਦੇਣ, ਕਿਉਂਕਿ ਇਹ ਜਿਹੜੀ ਸੰਗਤ ਹੈ ਉਹ ਇਹਨਾਂ ਦੇ ਗੁਰਦੁਆਰਿਆਂ ਵਿੱਚ ਸੇਵਾ ਕਰਦੀ ਹੈ, ਉੱਥੇ ਜਾ ਕੇ ਪੁੰਨਦਾਨ ਕਰਦੀ ਹੈ, ਤੇ ਉਹ ਸੰਗਤ ਅੱਜ ਬਿਪਤਾ ਵਿੱਚ ਹੈ, ਅੱਜ ਪਰੇਸ਼ਾਨੀ ਵਿੱਚ ਹੈ ਕਿ ਉਹਨਾਂ ਦੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਅੱਜ ਖਤਰੇ ਵਿੱਚ ਹੈ। ਸਰਕਾਰਾਂ ਸਾਡੇ ਨਾਲ ਅਨਿਆਂ ਕਰ ਰਹੀਆਂ ਨੇ, ਸਾਡੇ ਨਾਲ ਧੱਕਾ ਕਰ ਰਹੀਆਂ ਨੇ, ਤੇ ਇਹਨਾਂ ਦਾ ਚੁੱਪ ਬੈਠਣਾ ਜਿਹੜਾ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਕਿ ਇਹਨਾਂ ਕੋਲ ਸਾਡੇ ਇਸ ਅੰਦੋਲਨ ਦੀਆਂ ਸ਼ਹਾਦਤਾਂ ਬਾਰੇ,
ਇਸ ਅੰਦੋਲਨ ਦੇ ਵਿੱਚ ਜੋ ਸਾਨੂੰ ਮੁਸ਼ਕਲਾਂ ਆ ਰਹੀਆਂ ਨੇ, ਜੋ ਸਾਡੇ ਨੁਕਸਾਨ ਹੋ ਰਹੇ ਨੇ, ਕੀ ਇਹਨਾਂ ਦੇ ਕੋਲੇ ਇਸ ਅੰਦੋਲਨ ਬਾਰੇ ਜਾਣਕਾਰੀ ਨਹੀਂ ਪਹੁੰਚ ਰਹੀ? ਕੀ ਇਹਨਾਂ ਕੋਲੋਂ ਵੀਡੀਓ ਨਹੀਂ ਪਹੁੰਚ ਰਹੇ ਜਿਨ੍ਹਾਂ ਦੇ ਵਿੱਚ ਕਈਆਂ ਦੇ ਬਾਪ ਮਰ ਗਏ, ਕਈਆਂ ਦੇ ਭਾਈ ਮਰ ਗਏ, ਪੁੱਤ ਮਰ ਗਏ? ਉਹਨਾਂ ਦਾ ਘਾਟਾ ਅਸੀਂ ਕਦੇ ਪੂਰਾ ਨਹੀਂ ਕਰ ਸਕਦੇ, ਜਿਨ੍ਹਾਂ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ। ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਤਾਂ ਗੱਲ ਸਮਝ ਆਉਂਦੀ ਹੈ, ਸਰਕਾਰਾਂ ਦਾ ਕੰਮ ਹੈ ਕਿ ਉਹ ਇਹ ਡਿਕਟੇਟਰਸ਼ਿਪ ਜਿਹੜੀਆਂ ਉਹਨੂੰ ਸਾਡੇ 'ਤੇ ਕਰ ਰਹੀਆਂ ਨੇ, ਸਭ ਦੁਨੀਆ ਨੂੰ ਪਤਾ ਹੈ। ਪਰ ਗੁਰੂਆਂ ਦਾ ਨਹੀਂ ਫਰਜ਼ ਬਣਦਾ, ਗੁਰੂਆਂ ਦਾ ਇਹ ਧਰਮ ਬਣਦਾ ਹੈ ਕਿ ਉਹ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ। ਜਿਹੜੀ ਤੁਸੀਂ ਗੱਲ ਕਹੀ ਵੀ ਚਿੱਠੀ ਦੇ ਵਿੱਚ ਜੇ ਲੋੜ ਕਿਉਂ ਪਈ, ਇਹਦੇ ਵਿੱਚ ਜ਼ਿਕਰ ਕੀ ਕੀਤਾ ਗਿਆ? ਇਹਦੇ ਵਿੱਚ ਸ਼ੁਰੂ ਤੋਂ ਲੈ ਕੇ ਜਿਵੇਂ 3 ਮਹੀਨੇ ਪਹਿਲਾਂ ਇਹ ਪੰਜਾਬ ਦੇ ਵਿੱਚ ਅੰਦੋਲਨ ਚੱਲਿਆ, ਫਿਰ 3 ਮਹੀਨੇ ਤੋਂ ਵੱਧ ਹੁਣ ਇਹਨੂੰ ਹੋ ਗਏ ਨੇ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਹੋ ਚੁੱਕੀਆਂ। ਕਈ ਤਰੀਕੇ ਨਾਲ ਸਰਕਾਰਾਂ ਸਾਨੂੰ ਟੌਰਚਰ ਕਰ ਰਹੀਆਂ ਨੇ, ਨਜਾਇਜ਼ ਪਰਚੇ ਕਰ ਰਹੀਆਂ ਨੇ। ਤਾਂ ਇਸ ਧਰਮ ਗੁਰੂਆਂ ਦਾ ਸਾਡੇ ਬਰਾਬਰ ਆ ਕੇ ਸਾਡੇ ਮੂਹਰੇ ਲਾ ਕੇ ਇਹਨਾਂ ਨੂੰ ਰਹਿਨੁਮਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਅੰਦੋਲਨ ਅਸੀਂ ਜਲਦ ਤੋਂ ਜਲਦ ਜਿੱਤ ਸਕੀਏ, ਕਿਉਂਕਿ ਇਹਦੇ ਵਿੱਚ ਕਿਸੇ ਦੀ ਕੋਈ ਪਰਸਨਲ ਲੜਾਈ ਨਹੀਂ ਹੈ। ਇਹ ਪੂਰੇ ਦੇਸ਼ ਦੇ ਕਿਸਾਨਾਂ ਦੀ ਜਿਹੜੀ ਹੈਗੀ ਹੈ ਲੜਾਈ ਹੈ। 3 ਕਾਲੇ ਕਾਨੂੰਨ ਰਿਪੀਲ ਕਰਾਉਣਾ, ਪੂਰੇ ਦੇਸ਼ ਦੀ ਜਿਹੜੀ ਜਨਤਾ, ਚਾਹੇ ਉਹ ਬਿਜ਼ਨਸਮੈਨ ਹੈ, ਜੌਬ ਵਾਲਾ ਹੈ, ਕਿਸਾਨ ਹੈ, ਸਾਰੇ ਇਹਨੂੰ ਰਿਪੀਲ ਕਰਵਾਉਣਾ ਚਾਹੁੰਦੇ ਆ। ਪਰ ਸਰਕਾਰਾਂ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀਆਂ ਤੇ ਸਰਕਾਰਾਂ ਜਿਹੜੀਆਂ ਨੇ ਉਹ ਐਰੋਗੈਂਟ ਨੇ, ਡਿਕਟੇਟਰਸ਼ਿਪ ਕਰ ਰਹੀਆਂ ਨੇ ਸਾਡੇ ਨਾਲ। ਸਾਨੂੰ ਉਹ ਚਾਹੁੰਦੀਆਂ ਨੇ ਕਿ ਇਹ ਜਿਹੜੇ ਲੋਕ ਨੇ ਇਹ ਸਾਡੇ ਪੂੰਜੀਪਤੀਆਂ ਦੇ ਗੁਲਾਮ ਹੋ ਜਾਣ। ਤੇ ਜੇ ਅਸੀਂ ਆਪਦੀ ਇਸ ਗੁਲਾਮੀ ਤੋਂ ਬਚਣਾ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਇੱਥੇ ਆਜ਼ਾਦੀ ਨਾਲ ਜੀ ਸਕਣ, ਤਾਂ ਸਾਨੂੰ ਇਸ ਅੰਦੋਲਨ ਦੇ ਵਿੱਚ ਸਭ ਨੂੰ ਇਸ ਅੰਦੋਲਨ ਦਾ ਸਾਥ ਦੇਣਾ ਚਾਹੀਦਾ, ਸਪੈਸ਼ਲੀ ਗੁਰੂਆਂ ਨੂੰ। ਜਿਵੇਂ ਆਪਾਂ ਜ਼ਿਕਰ ਕਰਦੇ ਸੀ ਕਿ ਪਹਿਲਾਂ ਆਪਾਂ ਦੇਖਿਆ ਕਿ ਸੈਲੀਬ੍ਰਿਟੀ ਜਿਹੜੀ ਹੈਗੇ ਨੇ ਪਹਿਲਾਂ ਬੋਲਦੇ ਹੁੰਦੇ ਸੀ, ਬੀਜੇਪੀ ਸਰਕਾਰ ਤੋਂ ਪਹਿਲਾਂ ਬੋਲਦੇ ਹੁੰਦੇ ਸੀ ਪੈਟਰੋਲ ਦਾ ਰੇਟ ਵੱਧ ਗਿਆ, ਹੁਣ ਨਹੀਂ ਬੋਲਦੇ। ਤਾਂ ਲੱਗਦਾ ਨਾ ਬੋਲਣ ਦਾ ਕਾਰਨ ਕੀ ਹੈ? ਜੇ ਤੁਸੀਂ ਹੁਣ ਜਿਵੇਂ ਜ਼ਿਕਰ ਕਰਦੇ ਹੋ ਚਿੱਠੀ ਦੇ ਵਿੱਚ ਵੀ ਤੁਸੀਂ ਕਿਉਂ ਨਹੀਂ ਬੋਲਦੇ ਪਏ, ਤੁਸੀਂ ਬਾਬਾ ਗਿੰਦਰ ਸਿੰਘ ਜੀ ਨੂੰ ਚਿੱਠੀ ਲਿਖ ਰਹੇ ਹੋ ਵੀ ਤੁਸੀਂ ਕਿਉਂ ਨਹੀਂ ਬੋਲੇ? ਨਾ ਬੋਲਣ ਦਾ ਕਾਰਨ ਕੀ ਹੋ ਸਕਦਾ? ਕਿ ਲੱਗਦਾ ਕੋਈ ਦਬਾਅ ਵੀ ਹੈਗਾ ਕਿ ਉਹ ਬੋਲਣਾ ਨਹੀਂ ਚਾਹੁੰਦੇ? ਆਪ ਤਾਂ ਕੋਈ ਹੁੰਦਾ ਵੀ ਕੋਈ ਸਮਰਥਨ ਕਰਦਾ, ਕੋਈ ਨਹੀਂ ਕਰਦਾ, ਨਾ ਬੋਲਣ ਦਾ ਕਾਰਨ ਕੀ ਹੈ ਪੰਜਾਬ ਵਿੱਚ ਰਹਿ ਕੇ? ਦੇਖੋ ਜੀ, ਇਹ ਤਾਂ ਸੰਗਤ ਜਾਣਦੀ ਹੈ ਵੀ ਇਹ ਕਿਉਂ ਨਹੀਂ ਬੋਲ ਰਹੇ। ਜਿੱਥੋਂ ਤੱਕ ਗੱਲ ਕਹਿ ਰਹੇ ਹੋ ਤੁਸੀਂ ਸੈਲੀਬ੍ਰਿਟੀ ਦੀ, ਸੈਲੀਬ੍ਰਿਟੀ ਅਮਿਤਾਭ ਬੱਚਨ ਦੇ, ਹੋਰ ਬਹੁਤ ਸਾਰੇ ਜਿਹੜੇ ਵੱਡੇ ਸੈਲੀਬ੍ਰਿਟੀ, ਇਹਨਾਂ ਦੇ ਬਿਆਨ ਆਉਂਦੇ ਹੁੰਦੇ ਸੀ ਜਦੋਂ ਕਾਂਗਰਸ ਸਰਕਾਰ ਸੀ। 5 ਰੁਪਏ ਅਗਰ 2 ਰੁਪਏ ਤੇਲ ਵੀ ਵੱਧਦਾ ਸੀ ਤੇ ਇਹਨਾਂ ਦੇ ਬਿਆਨ ਆਉਂਦੇ ਸੀ। ਬਟ ਹੁਣ ਇਹ ਲੋਕ ਸਰਕਾਰ ਤੋਂ ਡਰੇ ਹੋਏ ਨੇ। ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ, ਇਹ ਦੇਸ਼ ਵਾਸੀਓ ਤੁਸੀਂ ਸਮਝੋ, ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ, ਇਹ ਸਭ ਨੂੰ ਪਤਾ ਹੈ। ਪਰ ਜਿਹੜੇ ਅੱਜ ਧਾਰਮਿਕ ਲੋਕ ਚੁੱਪ ਬੈਠੇ ਨੇ, ਜਿਹੜੇ ਸੈਲੀਬ੍ਰਿਟੀ ਚੁੱਪ ਬੈਠੇ ਨੇ, ਤੁਸੀਂ ਉਹਨਾਂ ਤੋਂ ਜਵਾਬ ਮੰਗੋ। ਤੁਸੀਂ ਐਵੇਂ ਆਪਾਂ ਸ਼ਰਧਾ ਦੇ ਵਿੱਚ ਕਈ ਵਾਰ ਬਹਿ ਕੇ ਆਪਾਂ ਉਹਨਾਂ ਕੋਲੇ ਜਿਹੜਾ ਹੈਗਾ ਉਹਨਾਂ ਨੂੰ ਮਾਨ ਸਤਿਕਾਰ, ਠੀਕ ਆ, ਮੈਂ ਸਭ ਧਰਮਾਂ ਦਾ ਬੀਇੰਗ ਸਿੱਖ ਸਤਿਕਾਰ ਕਰਦਾ, ਮੈਂ ਕਿਸੇ ਧਰਮ ਦੀ ਵੀ ਨਿੰਦਿਆ ਨਹੀਂ ਕਰਦਾ, ਮੈਂ ਕਿਸੇ ਧਰਮ ਦੇ ਵੀ ਵਿਰੋਧ ਨਹੀਂ ਹੈ, ਮੈਂ ਬੜਾ ਡੰਕੇ ਦੀ ਚੋਟ ਤੇ ਕਹਿ ਰਿਹਾ। ਪਰ ਜੇ ਕੋਈ ਚੁੱਪ ਬੈਠਾ ਹੈ, ਅੱਜ ਸਾਡੇ ਦੇਸ਼ ਦੀ ਜਨਤਾ ਮੁਸੀਬਤ ਵਿੱਚ ਹੈ, ਤਾਂ ਅਸੀਂ ਉਹਨਾਂ ਕੋਲੋਂ ਜਵਾਬ ਜ਼ਰੂਰ ਮੰਗਣਾ ਹੈ। ਇਸ ਮੇਰੀ ਗੱਲ ਨੂੰ ਤੁਸੀਂ ਨੋਟ ਕਰਨਾ ਹੈ ਕਿ ਅਸੀਂ ਜਵਾਬ ਮੰਗਣਾ ਹੈ। ਉਹ ਚੁੱਪ ਕਿਉਂ ਨੇ? ਜਿਵੇਂ ਵੀਰ ਪੱਤਰਕਾਰ ਨੇ ਪੁੱਛਿਆ ਕਿ ਕੀ ਕਾਰਨ ਹੈ ਕਿ ਸਾਡੇ ਇਹ ਜਿਹੜੇ ਧਾਰਮਿਕ ਕਈ ਜਥੇ ਗੁਰੂ ਨੇ ਜਿਹੜੇ ਡੇਰਿਆਂ ਦੇ, ਉਹ ਚੁੱਪ ਬੈਠੇ ਨੇ, ਸੈਲੀਬ੍ਰਿਟੀ ਚੁੱਪ ਬੈਠੇ ਨੇ। ਇਹ ਸਰਕਾਰਾਂ ਤੋਂ ਡਰੇ ਹੋਏ ਨੇ। ਕੀ ਕਾਰਨ ਹੈ ਇਹਦੇ ਪਿੱਛੇ? ਇਹ ਤਾਂ ਇਹੀ ਦੱਸ ਸਕਦੇ ਹੈ, ਪਰ ਇਹਨਾਂ ਨੂੰ ਬੋਲਣਾ ਚਾਹੀਦਾ ਹੈ ਕਿਉਂਕਿ ਇਸ ਅੰਦੋਲਨ, ਇਹ ਇਨਸਾਨੀਅਤ ਦਾ ਅੰਦੋਲਨ ਹੈ, ਸ਼ਾਂਤਮਈ ਅੰਦੋਲਨ ਹੈ, ਡਿਸਪਲਿਨ ਵਾਲਾ ਅੰਦੋਲਨ ਹੈ, ਜਿਹਦੇ ਬਾਰੇ ਵਰਲਡ ਵਿੱਚ ਤਾਂ ਖੂਬ ਚਰਚਾ ਹੋ ਰਹੀ ਹੈ। ਪਰ ਸਾਡੇ ਦੇਸ਼ ਦੇ ਵਿੱਚ ਜਿਹੜੇ ਲੋਕ ਨੇ, ਹਜੇ ਬਹੁਤ ਸਾਰੇ ਵਰਗ ਨੇ ਜਿਨ੍ਹਾਂ ਨੂੰ ਅਜੇ ਅੱਗੇ ਆਉਣ ਦੀ ਲੋੜ ਹੈ। ਕੋਈ ਵੀ ਡੇਰਾ, ਮੈਂ ਇੱਕ ਡੇਰੇ ਦੀ ਗੱਲ ਨਹੀਂ ਕਰ ਰਿਹਾ, ਹੋਰ ਵੀ ਬਹੁਤ ਡੇਰੇ ਨੇ ਪੰਜਾਬ ਦੇ ਵਿੱਚ ਜਾਂ ਅਲੱਗ-ਅਲੱਗ ਜਗ੍ਹਾ ਦੇ ਵਿੱਚ ਹੈਗੇ ਨੇ। ਤੁਸੀਂ ਜਿਵੇਂ ਜ਼ਿਕਰ ਕਰਦੇ ਹੋ ਵੀ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਕਿਉਂ ਨਹੀਂ ਉਹ ਬੋਲਣਾ ਚਾਹੁੰਦੇ। ਜਦੋਂ ਆਪਾਂ ਸਵਾਲ ਖੜਾ ਕਰਨੇ ਆ, ਲੋਕ ਆਸਥਾ ਵਾਲੇ ਪਾਸੇ ਚਲੇ ਜਾਂਦੇ ਨੇ ਵੀ ਸਾਡੀ ਆਸਥਾ 'ਤੇ ਸਵਾਲ ਖੜਾ ਕਰਤਾ। ਕੋਈ ਵੀ ਧਾਰਮਿਕ ਹੈ, ਮੈਂ ਇੱਕ ਧਰਮ ਦਾ ਜ਼ਿਕਰ ਨਹੀਂ ਕਰ ਰਿਹਾ, ਸਾਰੇ ਧਰਮਾਂ ਦੀ ਗੱਲ ਕਰ ਰਿਹਾ। ਵੀ ਜੋ ਸਵਾਲ ਚੱਕਿਆ ਜਾਂਦਾ ਵੀ ਮੈਂ ਸਵਾਲ ਕਰਨਾ ਚਾਹੁੰਦਾ, ਵੀ ਮੇਰੇ ਸਵਾਲ ਨੇ, ਜਵਾਬ ਜਦੋਂ ਆਉਂਦਾ ਫਿਰ ਉਹ ਕਹਿੰਦੇ ਵੀ ਤੂੰ ਸਵਾਲ ਕਿਉਂ ਚੁੱਕਦਾ ਪਿਆ, ਸਾਡੀ ਆਸਥਾ ਦੇ ਸਵਾਲ ਨੇ। ਤਾਂ ਲੱਗਦਾ ਤੁਸੀਂ ਸਵਾਲ ਚੁੱਕਦੇ ਹੋ ਕਿਤੇ ਨਾ ਕਿਤੇ, ਫਿਰ ਲੋਕੀ ਕਹਿ ਦਿੰਦੇ ਵੀ ਆਸਥਾ ਦਾ ਮੁੱਦਾ ਹੈ, ਪਰ ਆਸਥਾ ਤੋਂ ਪਹਿਲਾਂ ਕਿਸਾਨੀ ਦਾ ਮੁੱਦਾ ਵੀ ਹੈਗਾ। ਆਸਥਾ ਵੀ ਆਪਣੀ ਜਗ੍ਹਾ 'ਤੇ ਬਿਲਕੁਲ ਸਹੀ ਹੈ, ਪਰ ਕਿਸਾਨਾਂ ਦਾ ਵੀ ਮੁੱਦਾ ਹੈਗਾ ਨਾ। ਕਿਸਾਨਾਂ ਦੇ ਮੁੱਦੇ 'ਤੇ ਸਾਨੂੰ ਬੋਲਣਾ ਚਾਹੀਦਾ। ਆਸਥਾ ਦੀ ਜਾਂ ਅਲੱਗ ਜਗ੍ਹਾ 'ਤੇ ਹੈ, ਕਿਸਾਨਾਂ ਦੀ ਅਲੱਗ ਜਗ੍ਹਾ 'ਤੇ ਹੈ। ਦੇਖੋ ਜੀ, ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ। ਅਸੀਂ ਇਹ ਕਹਿੰਦੇ ਹਾਂ ਕਿ ਕੋਈ ਵੀ ਦੇਸ਼, ਇਸ ਸੁਤੰਤਰ ਦੇਸ਼ ਦੇ ਵਿੱਚ, ਅਸੀਂ ਲੋਕਤੰਤਰ ਦੇ ਵਿੱਚ, ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ, ਸਾਨੂੰ ਪੂਰੀ ਆਜ਼ਾਦੀ ਹੈ। ਤਾਂ ਅਸੀਂ ਕਹਿੰਦੇ ਹਾਂ ਬਿਲਕੁਲ ਇਹ ਠੀਕ ਹੈ, ਇੱਦਾਂ ਹੀ ਹੋਣਾ ਚਾਹੀਦਾ। ਕੋਈ ਵੀ ਬੰਦਾ ਕੋਈ ਡੇਰੇ ਨੂੰ ਮੰਨੇ, ਕੋਈ ਸਿੱਖ ਨੂੰ, ਮੁਸਲਿਮ, ਈਸਾਈ ਨੂੰ ਮੰਨੇ, ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ, ਤਾਂ ਨਾ ਸਾਨੂੰ ਹੈ ਕੋਈ ਇਤਰਾਜ਼। ਬਟ ਅਗਰ ਕੋਈ ਬੰਦਾ ਇਨਸਾਨੀਅਤ ਦੀ ਗੱਲ ਨਹੀਂ ਕਰਦਾ, ਜਾਂ ਕੋਈ ਸਾਡੇ ਦੇਸ਼ 'ਤੇ, ਸਾਡੇ ਆਮ ਲੋਕਾਂ 'ਤੇ ਕੋਈ ਵਿਪਤਾ ਪੈਂਦੀ ਹੈ, ਕੋਈ ਮੁਸੀਬਤ ਆਉਂਦੀ ਹੈ, ਕੋਈ ਸਰਕਾਰਾਂ ਅਨਿਆਂ ਕਰਦੀਆਂ, ਉੱਥੇ ਨਹੀਂ ਕੋਈ ਬੋਲਦਾ, ਤਾਂ ਸਵਾਲੀਆ ਨਿਸ਼ਾਨ ਲੱਗਦਾ ਉਸ ਧਰਮ 'ਤੇ, ਉਸ ਡੇਰੇ 'ਤੇ ਕਿ ਉਹ ਕਿਉਂ ਨਹੀਂ ਬੋਲ ਰਹੇ। ਕੀ ਉਹ ਇਨਸਾਨੀਅਤ ਨੂੰ ਪਿਆਰ ਨਹੀਂ ਕਰਦੇ? ਕੀ ਡੇਰਾ ਬਿਆਸ ਦੇ ਫੋਲੋਵਰਸ ਖੇਤੀ ਨਾਲ ਨਹੀਂ ਜੁੜੇ ਹੋਏ? ਇਹ ਸਾਨੂੰ ਸਭ ਨੂੰ ਸੋਚਣਾ ਚਾਹੀਦਾ ਹੈ।
ਤੇ ਉਹਨਾਂ ਨੂੰ ਗੁਰੂਆਂ ਨੂੰ ਜਾਂ ਜਿਹੜੇ ਵੀ ਕੋਈ ਡੇਰਿਆਂ ਦੇ ਮੁਖੀ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ। ਸਾਡੇ ਬਹੁਤ ਸਾਰੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ। ਸਾਡਾ ਇਹ ਜਿਹੜਾ ਅੰਦੋਲਨ ਹੈ ਇਹ ਬਹੁਤ ਲੰਬਾ ਹੋ ਚੁੱਕਿਆ। ਠੀਕ ਅਸੀਂ ਉੱਥੇ ਡਟੇ ਹੋਏ ਹਾਂ, ਅਸੀਂ ਜਦ ਤੱਕ ਰਿਪੀਲ ਨਹੀਂ ਹੁੰਦੇ ਵਾਪਸ ਨਹੀਂ ਆਉਣਾ, ਇਹ ਵੀ ਇੱਕ ਸੱਚਾਈ ਹੈ। ਪਰ ਉਹਦੇ ਵਿੱਚ ਇਹ ਸਾਡਾ ਸਵਾਲ ਜਿਹੜਾ ਕਰਨਾ ਇਹ ਬਿਲਕੁਲ ਜਾਇਜ਼ ਹੈ ਕਿ ਇਹ ਡੇਰਿਆਂ ਵਾਲੇ ਕਿਉਂ ਨਹੀਂ ਆ ਰਹੇ। ਇਹਨਾਂ ਨੂੰ ਆਪਦਾ ਜਿਹੜਾ ਪੱਖ ਹੈ ਜ਼ਰੂਰ ਸੰਗਤ ਨਾਲ ਕਲੀਅਰ ਕਰਨਾ ਚਾਹੀਦਾ। ਜਿਵੇਂ ਕਿ ਇੱਕ ਮੈਂ ਹੋਰ ਜ਼ਿਕਰ ਕਰਨਾ ਚਾਹੁੰਦਾ, ਜਦੋਂ ਕਾਂਗਰਸ ਸਰਕਾਰ ਦੇ ਵਿੱਚ ਇੱਕ ਅੰਨਾ ਹਜ਼ਾਰੇ ਵੱਲੋਂ ਲੋਕਪਾਲ ਬਿੱਲ ਲਈ ਅੰਦੋਲਨ ਕੀਤਾ ਗਿਆ ਸੀ, ਉਹਦੇ ਵਿੱਚ ਸ਼੍ਰੀ ਰਵੀ ਸ਼ੰਕਰ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਬਟ ਉਹ ਇਸ ਅੰਦੋਲਨ ਵਿੱਚ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੋਇਆ, ਉਹਨਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕਿ ਉਹ ਇਹਦੇ ਨਾਲ ਨੇ, ਇਹਨਾਂ ਦੇ ਵਿਰੁੱਧ ਨੇ। ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਇਹ ਜਿਹੜਾ ਅੰਦੋਲਨ ਹੈ ਇਹ ਸਾਰੇ ਦੇਸ਼ ਦਾ ਅੰਦੋਲਨ ਹੈ, ਕੋਈ ਕਿਸੇ ਦਾ ਪਰਸਨਲ ਨਹੀਂ ਹੈ। ਤੇ ਇਹਨਾਂ ਨੂੰ ਪਬਲਿਕ ਦੇ ਆਪਦੇ ਸੇਵਕਾਂ ਦੇ ਨਾਲ, ਦੇਸ਼ ਦੇ ਲੋਕਾਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ। ਜਿਵੇਂ ਕਿ ਸਤਸੰਗ ਵਿੱਚ ਵੀ ਤੇ ਇਨਸਾਨੀਅਤ ਦੀ ਗੱਲ ਕਰਦੇ ਨੇ, ਤੇ ਹੁਣ ਕਿਉਂ ਨਹੀਂ ਕਰ ਰਹੇ? ਤੁਸੀਂ ਸਵਾਲ ਖੜਾ ਕਰ ਰਹੇ ਹੋ ਕਿ ਵਾਕਈ ਲੋਕ ਪੁੱਛਣਗੇ। ਮੈਂ ਇੱਕ ਡੇਰੇ ਨਹੀਂ, ਬਾਕੀ ਸਾਰੇ ਡੇਰਿਆਂ ਦੀ ਗੱਲ ਕਰ ਰਿਹਾ ਕਿ ਵਾਕਈ ਲੋਕ ਪੁੱਛਣਗੇ ਵੀ ਤੁਸੀਂ ਆਦੇ ਕਿਉਂ ਨਹੀਂ ਬੋਲੇ, ਸਾਡਾ ਹੱਕ ਵਿੱਚ ਕਿਉਂ ਨਹੀਂ ਬੋਲੇ। ਅਸੀਂ ਵੀ ਕਿਸਾਨ ਆ, ਕਿਸਾਨ ਹੋ ਕੇ ਤੁਹਾਡੇ ਡੇਰੇ 'ਤੇ ਵੀ ਜਾਂਦੇ। ਅਸੀਂ ਦੇਖੋ ਜੀ, ਸਾਰੇ ਦੇਸ਼ ਵਾਸੀਆਂ ਨੂੰ ਉਸ ਆਪਦੇ ਧਾਰਮਿਕ ਗੁਰੂ ਨੂੰ ਸਵਾਲ ਕਰਨ ਦਾ ਹੱਕ ਹੈ, ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਇੱਕ ਧਾਰਮਿਕ ਗੁਰੂ ਦਾ ਫਰਜ਼ ਬਣਦਾ ਹੈ ਕਿ ਜਦੋਂ ਸੰਗਤ ਕਿਸੇ ਮੁਸੀਬਤ ਵਿੱਚ ਹੈ ਤਾਂ ਉਸ ਮੁਸੀਬਤ ਦਾ ਕਿਵੇਂ ਹੱਲ ਹੋਣਾ ਚਾਹੀਦਾ ਹੈ, ਇਹ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਤੇ ਇਹ ਸਾਰੀ ਸੰਗਤ ਨੂੰ ਆਪਦੇ ਗੁਰੂਆਂ ਨਾਲ ਜ਼ਰੂਰ ਇਹ ਗੱਲ ਕਰਨੀ ਚਾਹੀਦੀ ਹੈ ਕਿ ਉਹ ਇਸ ਅੰਦੋਲਨ ਦੇ ਵਿੱਚ ਅਗਰ ਹੱਕ ਵਿੱਚ ਨਹੀਂ ਆਏ ਤਾਂ ਕਿਉਂ ਨਹੀਂ ਆਏ, ਕਿਉਂਕਿ ਇਹ ਰਾਜਨੀਤਿਕ ਕੋਈ ਅੰਦੋਲਨ ਨਹੀਂ ਹੈ। ਜੇ ਅਗਰ ਆਪਾਂ ਗੱਲ ਕਰਦੇ, ਮੇਰੀ ਇੱਕ ਦੋ ਬੰਦਿਆਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਮੈਨੂੰ ਜ਼ਿਕਰ ਕੀਤਾ ਕਿ ਨਹੀਂ ਜੀ ਉਹ ਤਾਂ ਕਿਸੇ ਪਾਰਟੀ 'ਚ ਜਾਂ ਕਿਸੇ ਇੱਦਾਂ ਦੇ ਮੁੱਦੇ ਵਿੱਚ ਕੋਈ ਪਾਰਟੀਸਪੇਟ ਨਹੀਂ ਕਰਦੇ। ਮੈਂ ਕਿਹਾ ਠੀਕ ਹੈ, ਉਹ ਵਧੀਆ ਗੱਲ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਜੁੜੇ ਹੋਏ, ਬਟ ਮੈਂ ਕਿਹਾ ਇਹ ਤਾਂ ਇੱਕ ਆਮ ਜਨਤਾ ਦਾ ਦੁੱਖ ਹੈ, ਇੱਕ ਆਮ ਲੋਕਾਂ ਦਾ। ਇਹ ਜਿਹੜੀ ਸੰਗਤ ਹੈ ਸਭ ਗੁਰਦੁਆਰਿਆਂ ਡੇਰਿਆਂ ਨਾਲ ਜੁੜੀ ਹੋਈ ਹੈ, ਤੇ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਹ ਜਿਹੜਾ ਮੁੱਦਾ ਇਹ ਪੂਰੇ ਦੇਸ਼ ਦਾ ਮੁੱਦਾ ਹੈ, ਇਹ ਆਮ ਲੋਕਾਂ ਦਾ ਮੁੱਦਾ ਹੈ, ਇਹ ਕੋਈ ਪੋਲੀਟੀਕਲ ਮੁੱਦਾ ਨਹੀਂ। ਇਸ ਕਰਕੇ ਇਹ ਲੋਕਾਂ ਨੂੰ ਇਹ ਸਵਾਲ ਡੇਰਿਆਂ ਨਾਲ ਕਰਨਾ ਚਾਹੀਦਾ ਹੈ ਕਿ ਉਹ ਇੱਥੇ ਇਹਦੇ ਵਿੱਚ ਉਹਨਾਂ ਦਾ ਕੀ ਸਟੈਂਡ ਹੈ। ਪੰਜਾਬ 'ਚ ਬਹੁਤ ਡੇਰੇ ਨੇ, ਆਪਾਂ ਜ਼ਿਕਰ ਕਰਨੇ ਆ। ਮੈਂ ਇੱਕ ਡੇਰੇ ਦਾ ਨਾਂ ਨਹੀਂ ਲੈ ਰਿਹਾ, ਬਾਕੀ ਸਾਰੇ ਡੇਰਿਆਂ ਦੀ ਗੱਲ ਕਰ ਰਿਹਾ। ਕਈਆਂ ਦੇ ਵਿੱਚੋਂ ਲੰਗਰ ਲਗਾਏ ਨੇ, ਬਹੁਤ ਵਧੀਆ ਉਹ 'ਚ ਕੰਮ ਕਰ ਵੀ ਨੇ। ਕਈਆਂ ਨੇ ਲੰਗਰ ਵੀ ਨਹੀਂ ਲਗਾਏ। ਕਈ ਤਾਂ ਕਹਿੰਦੇ ਨੇ ਠੀਕ ਹੈ ਕਿਸਾਨੀ ਅੰਦੋਲਨ ਚੱਲਦਾ ਚੱਲੀ ਜਾ, ਵੀ ਯੋਗਦਾਨ ਨਹੀਂ ਪਾ ਰਹੇ, ਪਰ ਲੋਕ ਫਿਰ ਵੀ ਡੇਰਿਆਂ 'ਤੇ ਜਾਂਦੇ ਨੇ, ਮੱਥਾ ਟੇਕਦੇ ਨੇ, ਆਪਣੀ ਜੋ ਹੱਕ ਸਾਈ ਦੀ ਕਮਾਈ ਹੈ ਉਸ 'ਚ ਮੱਥਾ ਟੇਕਦੇ ਨੇ, ਚੜਾਵਾ ਦੇ ਕੇ ਆਉਂਦੇ ਨੇ। ਪਰ ਜਿਹੜੇ ਡੇਰਿਆਂ ਨੇ ਹਾਲੇ ਤੱਕ ਵੀ ਲੰਗਰ ਨਹੀਂ ਲਗਾਇਆ, ਸਮਰਥਨ ਵਿੱਚ ਨਹੀਂ ਆਏ, ਇੱਕ ਡੇਰੇ ਦੀ ਨਹੀਂ ਬਾਕੀ ਸਾਰੇ ਡੇਰੇ ਦੀ ਗੱਲ ਕਰਨਾ ਚਾਹੁੰਦਾ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅੱਗੇ ਆਉਣਾ ਚਾਹੀਦਾ ਹੈ। ਇਹ ਜਿਹੜੇ ਮਤਲਬ ਆਪਾਂ ਗੁਰਦੁਆਰੇ ਡੇਰਿਆਂ ਦੇ ਵਿੱਚ ਜਦੋਂ ਜਾਂਦੇ ਹਾਂ ਤਾਂ ਸਾਨੂੰ ਉੱਥੇ ਸਿੱਖਿਆ ਵੀ ਇਹੀ ਦਿੱਤੀ ਜਾਂਦੀ ਹੈ ਕਿ ਆਪਾਂ ਇਨਸਾਨੀਅਤ ਦੀ ਗੱਲ ਕਰੀਏ, ਆਪਾਂ ਅਨਿਆਂ ਦੇ ਖਿਲਾਫ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਸਾਡੇ ਗੁਰੂਆਂ ਨੇ ਤਾਂ ਇਹੀ ਕਿਹਾ ਵੀ ਨਾ ਅਨਿਆਂ ਕਰੋ ਅਤੇ ਨਾ ਉਹਨੂੰ ਸਹੋ, ਕਿਉਂਕਿ ਸਹਿਣਾ ਵੀ ਓਨਾ ਹੀ ਜ਼ੁਲਮ ਹੈ ਜਿੰਨਾ ਕਿ ਕਿਸੇ 'ਤੇ ਅਨਿਆਂ ਕਰਨਾ। ਅਤੇ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ, ਸਭ ਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ। ਮੈਂ ਚਿੱਠੀ 'ਚ ਵੀ ਇਹੀ ਲਿਖ ਗਿਆ, ਬਾਬਾ ਜੀ ਵੀ ਤੁਸੀਂ ਸਰਕਾਰਾਂ ਨਾਲ ਗੱਲ ਕਰੋ, ਸਰਕਾਰਾਂ ਤੁਹਾਡੀ ਗੱਲ ਸੁਣਦੀਆਂ। ਆਪਾਂ ਬੜੇ ਮਾਣ ਸਤਿਕਾਰ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਨਾਲ ਗੱਲ ਕਰਕੇ ਕੋਈ ਨਾ ਕੋਈ ਇਹਦਾ ਵਿੱਚ ਦਾ ਰਸਤਾ ਕੱਢੋ, ਜਾਂ ਜੋ ਵੀ ਇਹਦਾ ਕੋਈ ਕਿਸਾਨਾਂ ਦੇ ਹੱਕ ਵਿੱਚ ਗੱਲ ਹੋ ਸਕਦੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਜੇ ਸਰਕਾਰਾਂ ਨਹੀਂ ਮੰਨਦੀਆਂ ਤਾਂ ਉਹਨਾਂ ਨੂੰ ਸਾਡੇ ਹੱਕ ਦੇ ਵਿੱਚ ਖੜਨਾ ਚਾਹੀਦਾ। ਅਤੇ ਜਿਹੜਾ ਤੁਹਾਡੇ ਸਵਾਲ ਹੈ ਉਹ ਇਹੀ ਹੈ ਕਿ ਜਿਹੜੇ ਕੋਈ ਇਹੋ ਜਿਹੇ ਡੇਰੇ ਜਾਂ ਕੋਈ ਸੰਗਤ ਰਹਿ ਗਈ ਆ ਗੁਰੂ ਵੱਲੋਂ ਉੱਥੇ ਯੋਗਦਾਨ ਨਹੀਂ ਦਿੱਤਾ ਜਾ ਰਿਹਾ, ਉਹ ਦੇਣਾ ਚਾਹੀਦਾ, ਕਿਉਂਕਿ ਇਹ ਅੰਦੋਲਨ ਸਭ ਦਾ ਸਾਂਝਾ ਅੰਦੋਲਨ ਹੈ। ਕਿਸੇ ਦਾ ਘਰ ਦਾ ਅੰਦੋਲਨ ਨਹੀਂ, ਕਿਸੇ ਜਥੇਬੰਦੀ ਦਾ ਇਕੱਲਾ ਅੰਦੋਲਨ ਨਹੀਂ ਹੈ, ਨਾ ਕਿਸੇ ਸੈਲੀਬ੍ਰਿਟੀ ਦਾ, ਨਾ ਇਹ ਕਿਸੇ ਸਿੱਖ ਧਰਮ ਵਾਲੇ ਇਕੱਲਿਆਂ ਦਾ। ਇਹਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਕੋਈ ਵੀ ਡੇਰਿਆਂ ਵਾਲਾ ਜੈਨੀ, ਉਹ ਸਭ ਦਾ ਯੋਗਦਾਨ ਉੱਥੇ ਹੈਗਾ। ਸਭ ਨੂੰ ਦਰਦ ਹੈ, ਸਭ ਕਿਸਾਨੀ ਨਾਲ ਜੁੜੇ ਹੋਏ ਨੇ ਧਰਮਾਂ ਵਾਲੇ, ਅਤੇ ਇਸ ਕਰਕੇ ਸਭ ਧਰਮਾਂ ਦਾ ਫਰਜ਼ ਬਣਦਾ ਹੈ ਕਿ ਇਸ ਅੰਦੋਲਨ ਦੇ ਵਿੱਚ ਇਨਸਾਨੀਅਤ ਦੀ ਗੱਲ ਕਰਨ। ਜਲਦ ਤੋਂ ਜਲਦ ਹੈ ਜਿਹੜਾ ਇਹ ਅੰਦੋਲਨ ਖਤਮ ਹੋਣਾ ਚਾਹੀਦਾ। ਅਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਸਾਨੂੰ ਧਰਮ ਦੇ ਨਾਂ 'ਤੇ ਲੜਾਉਣਾ ਚਾਹੁੰਦੀਆਂ, ਇਹ ਇੱਦਾਂ ਦਾ ਮੁੱਦਾ ਕ੍ਰੀਏਟ ਕਰਨਾ ਚਾਹੁੰਦੀਆਂ ਕਿ ਆਪਾਂ ਕੋਈ ਐਜੂਕੇਸ਼ਨ ਦੀ ਗੱਲ ਨਾ ਕਰੀਏ, ਆਪਾਂ ਕੋਈ ਹੈਲਥ ਦੀ ਗੱਲ ਨਾ ਕਰੀਏ, ਕਿਉਂਕਿ ਜਦੋਂ ਅਸੀਂ ਧਰਮ ਦੇ ਨਾਂ 'ਤੇ ਵੰਡਣੇ ਬੰਦ ਹੋ ਗਏ ਤਾਂ ਇੱਦਾਂ ਦੀਆਂ ਸਰਕਾਰਾਂ ਸੱਤਾ ਵਿੱਚ ਆਉਣੀਆਂ ਬੰਦ ਹੋ ਜਾਣਗੀਆਂ ਜਿਹੜੀਆਂ ਸਾਡੇ ਨਾਲ ਜ਼ੁਲਮ ਅਤੇ ਧੱਕਾ ਕਰਦੀਆਂ। ਕਿਉਂਕਿ ਅਸੀਂ ਇਸ ਦੇਸ਼ ਦੇ ਵਿੱਚ ਆਜ਼ਾਦ ਨਹੀਂ ਹੈ, ਇਹ ਮੈਂ ਹਰੇਕ ਇੰਟਰਵਿਊ ਵਿੱਚ ਕਹਿਣਾ, ਕਿਉਂਕਿ ਇੱਥੇ ਸਾਡੇ ਨਾਲ ਭੇਦਭਾਵ ਕੀਤਾ ਜਾਂਦਾ ਹੈ। ਕਿਸਾਨ ਜ਼ਮੀਨ ਜ਼ਿਆਦਾ ਨਹੀਂ ਰੱਖ ਸਕਦਾ, ਬਟ ਫੈਕਟਰੀਆਂ ਵਾਲਾ ਬਹੁਤ ਸਾਰੀ ਜ਼ਮੀਨ ਰੱਖ ਸਕਦਾ ਹੈ, ਬਹੁਤ ਸਾਰੀਆਂ ਫੈਕਟਰੀਆਂ ਰੱਖ ਸਕਦਾ ਹੈ। ਸਾਡੀ ਐਜੂਕੇਸ਼ਨ ਨੂੰ ਡੈਮੇਜ ਕੀਤਾ ਜਾ ਰਿਹਾ, ਇਹਦੇ ਵਿੱਚ ਧਰਮ ਨੂੰ ਇੱਕ ਸਾਈਡ ਕੀਤਾ ਜਾ ਰਿਹਾ। ਸਿਰਫ ਤੋਂ ਸਿਰਫ ਜਿਹੜਾ ਹੈਗਾ ਉਹ ਇਹ ਪਦਾਰਥਵਾਦ ਜਾਂ ਇੱਕ ਸਾਡੇ ਇਤਿਹਾਸ ਨੂੰ ਮਰੋੜ ਕੇ ਪਦਾਰਥਵਾਦ ਵੱਲ ਸਾਨੂੰ ਲਿਜਾਣਾ ਚਾਹੁੰਦੇ ਹੈ, ਜਦ ਕਿ ਸਾਨੂੰ ਕੀ ਚਾਹੀਦਾ ਕਿ ਅਸੀਂ ਆਪਦੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਈਏ। ਪਰ ਸਰਕਾਰਾਂ ਨਹੀਂ ਚਾਹੁੰਦੀਆਂ, ਸਾਨੂੰ ਅੱਖਾਂ ਖੋਲ੍ਹਣੀਆਂ ਪੈਣਗੀਆਂ। ਮੈਂ ਸਭ ਲੋਕਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ
ਜਿਹੜਾ ਹੈਗਾ ਅੱਖਾਂ ਬੰਦ ਨਾ ਕਰੋ, ਅੱਖਾਂ ਖੋਲੋ। ਜਿਹੜੇ ਸਾਡੇ ਨਾਲ ਨੇ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਹਾਂ, ਬਟ ਜਿਹੜੇ ਸਾਡੇ ਨਾਲ ਨਹੀਂ ਅਸੀਂ ਉਹਨਾਂ ਅੱਗੇ ਸਵਾਲ ਵੀ ਖੜਾ ਹੀ ਕਰਨੇ ਆ ਕਿ ਤੁਸੀਂ ਸਾਡੇ ਨਾਲ ਕਿਉਂ ਨਹੀਂ ਹੋ, ਕੀ ਅਸੀਂ ਗਲਤ ਹੈ? ਅਸੀਂ ਸਰਕਾਰਾਂ ਤੋਂ ਕੀ ਆਪਦੇ ਜਿਹੜੇ ਹੱਕ ਮੰਗ ਰਹੇ ਹਾਂ ਇਹ ਕੋਈ ਅਸੀਂ ਗਲਤ ਹੱਕ ਮੰਗ ਰਹੇ ਹਾਂ? ਇਹ ਜ਼ਰੂਰ ਤੁਸੀਂ ਸਵਾਲ ਕਰੋ, ਸਾਰਿਆਂ ਨੂੰ ਕਰੋ ਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਹੁਣ ਤੁਹਾਡੇ ਕੋਲ ਫੈਸਲਾ ਕਰਨ ਦਾ ਸਹੀ ਮੌਕਾ ਹੈ। ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਆਪਾਂ ਕਹਿਣਾ ਹੈ। ਆਪਾਂ ਇਹਦੇ ਵਿੱਚ ਅੰਦੋਲਨ ਦਾ ਸਾਥ ਦੇਣਾ, ਸਾਰੀਆਂ ਜਥੇਬੰਦੀਆਂ ਇਕੱਠੀਆਂ। ਇਹ ਸ਼ਾਂਤਮਈ ਅੰਦੋਲਨ ਹੈ। ਇਹ ਸਿਰਫ 3 ਤੋਂ 3 ਕਾਲੇ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕੀਤਾ ਜਾ ਰਿਹਾ, ਹੋਰ ਇਹਦੇ ਵਿੱਚ ਕੋਈ ਮੰਗ ਨਹੀਂ। ਬਾਕੀ ਠੀਕ ਹੈ, ਐਜੂਕੇਸ਼ਨ ਦਾ, ਧਰਮਾਂ ਦੇ ਹੋਰ ਕਈ ਸਾਰੇ ਮੁੱਦੇ ਹੋਣਗੇ, ਪਰ ਇਸ ਅੰਦੋਲਨ ਦੇ ਵਿੱਚ ਅਸੀਂ ਕਿਸੇ ਹੋਰ ਮੁੱਦੇ ਨੂੰ ਮਿਕਸ ਨਹੀਂ ਕਰਨਾ ਚਾਹੁੰਦੇ। ਇਸ ਅੰਦੋਲਨ ਦਾ ਸਾਥ ਦਿਓ ਤਾਂ ਜੋ ਆਪਾਂ ਜਲਦ ਤੋਂ ਜਲਦ ਅੰਦੋਲਨ ਨੂੰ ਜਿੱਤ ਸਕੀਏ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਮੌਜੂਦ ਸਨ ਹਰਪ੍ਰੀਤ। ਚਿੱਠੀ ਦਾ ਜਿਵੇਂ ਜ਼ਿਕਰ ਇਹਨਾਂ ਨੇ ਕੀਤਾ ਵੀ ਗੱਲ ਕਹੀ ਗਈ ਅੱਡੇ ਦਾ ਬਿਆਸ ਜੋ ਮੁਖੀ ਨੇ ਗੁਰਿੰਦਰ ਸਿੰਘ, ਉਹਨਾਂ ਨੂੰ ਗੱਲ ਕਹੀ ਗਈ ਹੈ ਵੀ ਤੁਸੀਂ ਇਸ ਉੱਪਰ ਵੀ ਬੋਲੋ ਜਾਂ ਗੱਲਬਾਤ ਕਰੋ, ਕੋਈ ਹੱਲ ਨਿਕਲਣਾ ਚਾਹੀਦਾ। ਅੰਨਾ ਹਜ਼ਾਰੇ ਦਾ ਅੰਦੋਲਨ ਹੋਇਆ ਸੀ, ਉਸ ਵਿੱਚ ਵੀ ਰਵੀ ਸ਼ੰਕਰ ਜੋ ਹੈ ਉਹਨਾਂ ਨੇ ਗੱਲਬਾਤ ਕਰਾਈ ਸੀ ਤਾਂ ਖਤਮ ਹੋ ਗਿਆ ਸੀ ਅੰਦੋਲਨ। ਪਰ ਜਿਸ ਤਰੀਕੇ ਨਾਲ ਆਪਾਂ ਹੋਰ ਵੀ ਚਰਚਾ ਕਰਨੇ, ਇਕੱਲੇ ਬਿਆਸ ਦੀ ਨਹੀਂ, ਹੋਰ ਵੀ ਡੇਰੇ ਹੈਗੇ ਨੇ ਜੋ ਬੋਲ ਵੀ ਦੇ ਨੇ, ਕੋਈ ਨਹੀਂ ਵੀ ਬੋਲਦੇ ਆ। ਕਿ ਵਾਕਈ ਕਿਸੇ ਦਾ ਦਬਾਅ ਹੁੰਦਾ ਜਦੋਂ ਕੋਈ ਵਿਅਕਤੀ ਨਹੀਂ ਬੋਲਦਾ? ਸਭ ਦੇ ਇਹਨਾਂ ਨੇ ਵੀ ਹੁਣ ਸਵਾਲ ਕੀਤਾ ਕਿ ਤੁਹਾਡੇ ਕਿਸੇ ਦਾ ਦਬਾਅ ਤਾਂ ਨਹੀਂ ਹੈਗਾ। ਚਿੱਠੀ ਰਾਹੀਂ ਵੀ ਇਹਨਾਂ ਨੇ ਸਵਾਲ ਕੀਤਾ ਕਿ ਤੁਹਾਡੇ ਜੇ ਕਿਸੇ ਦਾ ਦਬਾਅ ਨਹੀਂ ਹੈਗਾ, ਤੁਸੀਂ ਬੋਲਦੇ ਕਿਉਂ ਨਹੀਂ ਪਏ, ਜੇ ਕਿਸਾਨਾਂ ਦੇ ਹੱਕ ਵਿੱਚ ਕਿਉਂ ਨਹੀਂ ਗੱਲ ਰੱਖਦੇ ਪਏ? ਤਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ। ਵੀਡੀਓ ਸ਼ੇਅਰ ਕਰ ਦੇਣਾ, ਪੇਜ ਨੂੰ ਲਾਈਕ ਕਰ ਦੇਣਾ, ਤਾਂ ਕਿ ਲਗਾਤਾਰ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਹੀਏ ਅਤੇ ਲਗਾਤਾਰ ਜੋ ਘਟਨਾਵਾਂ ਘਟ ਰਹੀਆਂ ਨੇ, ਜਿਹੜੇ ਮੁੱਦੇ ਨੇ ਉਸ ਤੱਕ ਅਸੀਂ ਲਿਆਉਂਦੇ ਰਹੀਏ ਤੁਹਾਡੇ ਤੱਕ। ਅਤੇ ਸਾਡੇ ਨਾਲ ਜੁੜੇ ਰਹੋ। ਧੰਨਵਾਦ।